ਵਿੱਚ ਜ਼ਖਮੀ ਹੋਈ ਮਹਿਲਾ ਦਾ ਚੱਲ ਰਿਹਾ ਸੀ ਵੱਡੇ ਹਸਪਤਾਲ ਵਿੱਚ ਇਲਾਜ। ਮਹਿਲਾ ਦੇ ਬੱਚੇ ਦੀ ਐਕਸੀਡੈਂਟ ਵਿੱਚ ਹੀ ਹੋਈ ਸੀ ਦਰਦਨਾਕ ਮੌਤ। ਹੁਣ ਮਹਿਲਾ ਨੇ ਵੀ ਤੋੜਿਆ ਦਮ। परिवार वाले ने हस्पताल प्रबंधन ਅਤੇ ਡਾਕਟਰਾਂ ਤੇ लगाए ਵੱਡੇ आरोप। ਕਿਹਾ ਡਾਕਟਰਾਂ ਦੀ ਲਾਪਰਵਾਹੀ ਕਾਰਨ ਹੋਈ ਮਹਿਲਾ ਦੀ ਮੌਤ। मामला लुधियाना तो सामने आ रहा है, जिथे 5 मई 2023 ਨੂੰ ਮੋਨਿਕਾ ਓਬਰੋਏ ਜੋ ਕਿ ਇੱਕ ਸਕੂਲ ਦੇ ਵਿੱਚ ਪ੍ਰਿੰਸੀਪਲ ਸੀ, ਉਹ ਆਪਣੇ ਬੱਚੇ ਨਾਲ ਸਕੂਲ ਜਾ ਰਹੀ ਸੀ। ਮਹਿਲਾ ਦਾ ਭਿਆਨਕ ਐਕਸੀਡੈਂਟ ਹੋ ਜਾਂਦਾ ਹੈ, ਜਿੱਥੇ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ। ਮਹਿਲਾ ਨੂੰ ਫੋਰਟਿਸ ਹਸਪਤਾਲ ਦਾਖਲ ਕਰਵਾਇਆ ਜਾਂਦਾ ਹੈ, ਜਿੱਥੇ ਜ਼ਖਮੀ ਮਹਿਲਾ ਦਾ ਇਲਾਜ ਚੱਲ ਰਿਹਾ ਸੀ, ਪਰ ਬੀਤੇ ਦਿਨ ਮਹਿਲਾ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਮਹਿਲਾ ਦੇ ਪਤੀ ਸੁਮਿਤ ਓਬਰੋਏ ਨੇ ਹਸਪਤਾਲ ਪ੍ਰਸ਼ਾਸਨ ਤੇ ਵੱਡੇ ਆਰੋਪ ਲਗਾਏ ਹਨ। ਉਸਦੀ ਡਾਕਟਰਾਂ ਨਾਲ ਵੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਵੀ ਆਪਣਾ ਪੱਖ ਰੱਖਿਆ। ਤੁਸੀਂ ਵੀ ਦੇਖੋ ਪੂਰਾ ਮਾਮਲਾ। ਜਿਵੇਂ ਸੁਮਿਤ ਓਬਰਾਏ ਨਾਮ ਹੈਗਾ ਮੇਰੀ ਵਾਈਫ ਇੱਥੇ ਮੋਨਿਕਾ ਓਬਰਾਏ ਜਿਹੜੀ ਹੈਗੀ 12 ਮਈ 2023 ਤੋਂ ਇੱਥੇ ਐਡਮਿਟ ਹੈਗੀ ਹੈ। ਸਾਡਾ ਰੋਡ ਐਕਸੀਡੈਂਟ ਹੋਇਆ ਸੀਗਾ, ਜਿੱਥੇ ਮੇਰੀ ਵਾਈਫ ਨਾਰਾਇਣਾ ਸਕੂਲ ਦੀ ਵਾਈਸ ਪ੍ਰਿੰਸੀਪਲ ਸੀਗੀ ਤੇ ਮੇਰਾ ਬੇਟਾ ਉਸੇ ਸਕੂਲ 'ਚ ਪੜ੍ਹਦਾ ਸੀਗਾ। ਸਾਹਮਣੇ ਚੰਡੀਗੜ੍ਹ ਰੋਡ ਦੇ ਵਿੱਚ ਜਿੱਦਾਂ ਮੈਂ ਸਕੂਲ 'ਤੇ ਜਾਣ ਲੱਗੇ ਸੀਗੇ, ਟਰਨ ਕਰਨ ਲੱਗੇ ਸੀਗੇ, ਇੱਕ ਟਰੱਕ ਨੇ ਹਿੱਟ ਕੀਤਾ। ਮੇਰਾ ਬੇਟਾ ਔਨ ਦਾ ਸਪੋਟ ਉੱਥੇ ਡੈਥ ਹੋ ਗਈ। ਮੇਰੀ ਵਾਈਫ ਦੀ ਟੰਗਾਂ ਕੁਚਲੀਆਂ ਗਈਆਂ। ਅਸੀਂ ਸਾਡੇ ਸਾਰੇ ਹੈਲਪ ਦੇ ਨਾਲ, ਸਕੂਲ ਦੀ ਹੈਲਪ ਨਾਲ ਅਸੀਂ ਫੋਰਟਿਸ ਹਸਪੀਟਲ ਐਡਮਿਟ ਕਰਾਤਾ। ਫੋਰਟਿਸ ਹਸਪੀਟਲ ਦੇ ਵਿੱਚ ਲਗਭਗ 12 ਮਈ ਤੋਂ ਲੈ ਕੇ ਅੱਜ ਤੱਕ ਇਲਾਜ ਚੱਲਦਾ ਪਿਆ ਸੀਗਾ। 12 ਮਈ ਤੋਂ ਲੈ ਕੇ ਸਭ ਤੋਂ ਵੱਡੀ ਤਾਂ ਇਹ ਗੱਲ ਇਹ ਹੈ ਕਿ ਟਰਾਂਸਪੈਰੈਂਸੀ ਨਹੀਂ ਰੱਖਦੇ ਹੈਗੇ ਹਸਪੀਟਲ ਵਾਲੇ, ਕਿ ਟਰਾਂਸਪੈਰੈਂਸੀ ਰੱਖਣ। ਮੇਰੇ ਪੇਸ਼ੈਂਟ ਦੀ ਕਿਤੇ ਮੈਂ ਇਹਨਾਂ ਨੂੰ ਫਸਟ ਡੇ 'ਤੇ ਕਹਿੰਦਾ ਪਿਆ, ਮੇਰੇ ਪੇਸ਼ੈਂਟ ਦੀ ਮੈਨੂੰ ਕਿਤੇ ਲਾਈਫ ਸੇਵਿੰਗ ਚਾਹੀਦੀ ਹੈਗੀ ਹੈ, ਕਿਉਂਕਿ ਬੇਟਾ ਮੇਰਾ ਚਲਾ ਗਿਆ ਹੈਗਾ। ਹੁਣ ਮੇਰੇ ਕੋਲ ਹੋਰ ਕੋਈ ਹੋਪ ਨਹੀਂ ਹੈਗੀ। ਅਤੇ ਇਹਨਾਂ ਨੇ ਪੇਸ਼ੈਂਟ ਦੀ ਲਾਈਫ ਸੇਵਿੰਗ ਵੱਲ ਇੰਪੋਰਟੈਂਟ ਨਾ ਦੇ ਕੇ ਆਪਣੇ ਨੰਬਰ ਆਫ ਡਿਊਰੇਸ਼ਨ ਜਿਹੜੀ ਹੈਗੀ ਹੈ ਉਹ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਲੈਕਿੰਗ ਆਫ ਹੈਗੀ ਹੈ ਹਸਪੀਟਲ ਦੀ, ਨਿਗਲੈਂਸੀ ਹੈਗੀ ਹੈ ਸਟਾਫ ਦੀ, ਜਿਹਦੇ ਕਰਕੇ ਅੱਜ ਮੇਰੀ ਵਾਈਫ ਦੀ ਡੈਥ ਹੋ ਗਈ ਹੈ। ਇਹ ਅੱਜ ਤੁਹਾਨੂੰ ਸੂਚਨਾ ਇਹਨਾਂ ਨੇ ਕਿੰਨੇ ਵਜੇ ਦਿੱਤੀ ਹੈ? ਅੱਜ ਇਹਨਾਂ ਨੇ ਮੈਨੂੰ ਜੀ 2:30 ਵਜੇ ਇਹਨਾਂ ਦਾ ਫੋਨ ਆਇਆ ਐਕਸਚੇਂਜ ਤੋਂ। ਮੈਨੂੰ ਸੂਚਨਾ ਇਹਨਾਂ ਨੇ ਦਿੱਤੀ ਹੈਗੀ ਹੈ 2:30 ਵਜੇ ਫੋਨ ਕਰਕੇ, ਕਹਿੰਦੇ ਤੁਹਾਡੀ ਵਾਈਫ ਕੋਲ ਥੋੜ੍ਹਾ ਟਾਈਮ ਹੈ, ਉਹਨਾਂ ਦਾ BP ਲੋ ਹੋ ਗਿਆ ਹੈਗਾ। ਡਾਇਲਿਸਿਸ ਜਦੋਂ ਵੀ ਹੁੰਦਾ ਹੈਗਾ BP ਡਾਊਨ ਜਾਂਦਾ ਹੈ। ਸਵੇਰ ਤੋਂ BP ਆਲਰੇਡੀ ਡਾਊਨ ਚੱਲਦਾ ਪਿਆ ਸੀਗਾ। ਮਸ਼ੀਨ ਦੇ ਸਾਰੇ ਇਹਨਾਂ ਨੇ 2 ਦਿਨ ਤੋਂ BP ਵਧਾਉਂਦੇ ਪਏ ਸੀਗੇ। 2 ਦਿਨ ਤੋਂ BP ਡਾਊਨ ਜਾਂਦਾ ਪਿਆ। 2 ਦਿਨ ਤੋਂ ਨੋਰਿਆਡ ਦਵਾਈ ਹੁੰਦੀ ਹੈ, ਮੈਡੀਸਨ ਦੇ ਕੇ BP ਵਧਾਉਂਦੇ ਪਏ ਸੀਗੇ। ਜਦੋਂ ਸਰ ਆਪਣੀ ਮਿਸਿਸ ਨੂੰ ਤੁਸੀਂ ਐਡਮਿਟ ਕਰਾਇਆ ਸੀ, ਉਸ ਤੋਂ ਬਾਅਦ ਜਿਹੜਾ 6 ਦਿਨ ਤੁਸੀਂ ਕਹਿ ਰਹੇ ਹੋ ਡਾਈਟ ਪੂਰੀ ਦਿੱਤੀ ਜਾ ਰਹੀ ਸੀ ਤਾਂ ਤੁਹਾਡੀ? ਦੇਖੋ ਜੀ ਇੱਦਾਂ ਹੈਗਾ ਜੀ, ਜਿਸ ਦਿਨ ਮੈਂ 12 ਤਰੀਕ ਨੂੰ ਕਿਤੇ ਐਡਮਿਸ਼ਨ ਕਰਾਇਆ ਸੀ ਇੱਥੇ 12 ਮਈ 2023 ਨੂੰ, ਉਸ ਵੇਲੇ ਮੇਰੀ ਵਾਈਫ ਦੀ ਤਬੀਅਤ ਖਾਂਦੀ ਪੀਂਦੀ ਪਈ ਸੀਗੀ, ਹੈਲਦੀ ਸੀਗੀ। ਐਕਸੀਡੈਂਟ ਜ਼ਰੂਰ ਹੋਇਆ ਸੀਗਾ, ਬਟ कहते हैं ਇੱਦਾਂ ਮੈਂਟਲੀ ਟਰਾਮਾ ਜ਼ਰੂਰ ਸੀਗਾ। ਐਕਸੀਡੈਂਟ ਹੋਇਆ ਸੀ, ਬਟ ਇਹ ਨਹੀਂ ਸੀਗਾ ਕਿ ਹਾਂ ਬਈ कहते हैं ਖਾਣਾ ਪੀਣਾ ਨਹੀਂ ਛੱਡਿਆ ਹੋਇਆ ਸੀਗਾ ਉਹਨੇ। ਅਤੇ ਉਸ ਵੇਲੇ ਇਹਨਾਂ ਨੇ कहते ਜਦੋਂ ਓਪਰੇਟ ਕੀਤਾ ਹੈਗਾ ਮੇਰੀ ਵਾਈਫ ਦਾ, ਫੁੱਟ ਐਂਪੂਟੇਟ ਸਭ ਤੋਂ ਪਹਿਲੇ ਕੀਤਾ, ਅਤੇ ਫੁੱਟ ਐਂਪੂਟੇਟ ਕਰਨ ਵੇਲੇ ਇਹਨਾਂ ਨੇ ਨਾਲ ਹੀ ਉਹਨੂੰ ਜਨਰਲ ਵਾਰਡ 'ਤੇ ਸ਼ਿਫਟ ਕਰਤਾ, ਕਿਉਂਕਿ ਠੀਕ ਸੀ, ਹੈਲਦੀ ਸੀ, ਖਾਂਦੀ ਪੀਂਦੀ ਪਈ ਸੀ। ਜਦੋਂ ਇਹਨਾਂ ਨੇ ਸੈਕਿੰਡ ਐਂਪੂਟੇਸ਼ਨ ਕੀਤੀ ਨਾ, ਇਹਨਾਂ ਨੇ ਸੈਕਿੰਡ ਐਂਪੂਟੇਸ਼ਨ ਦਾ ਸਡਨਲੀ ਪਲਾਨ ਬਣਾਇਆ। ਮੈਂ ਡਾਕਟਰ ਨੂੰ ਪਹਿਲੇ ਹੀ ਕਿਹਾ ਸੀ, ਮੈਂ ਕਿਹਾ ਸਰ ਜਿੰਨਾ ਐਂਪੂਟੇਸ਼ਨ ਤੁਸੀਂ ਕਰਨਾ ਹੈ ਕਰ ਦਿਓ, ਕੋਈ ਇਸ਼ੂ ਨਹੀਂ ਹੈਗਾ, ਬਟ ਪੇਸ਼ੈਂਟ ਦੀ ਲਾਈਫ ਸੇਵ ਕਰੋ। ਅਤੇ ਇਹਨਾਂ ਨੇ ਸੈਕਿੰਡ ਐਂਪੂਟੇਸ਼ਨ ਕਰਨ ਲੱਗੇ। ਸੈਕਿੰਡ ਐਂਪੂਟੇਸ਼ਨ ਕਰਨ ਵੇਲੇ ਇਹਨਾਂ ਨੇ ਕਹਿੰਦੇ ਦੋਨੋਂ ਟੰਗਾਂ, ਇੱਕ ਲੈਫਟ ਵਾਲੀ ਲੈਗ ਜਿਹੜੀ ਹੈਗੀ ਹੈ ਉਹ ਗੋਡੇ ਤੱਕ ਦੀ, ਗੋਡੇ ਥੋੜ੍ਹਾ ਉੱਪਰ, ਅਤੇ ਰਾਈਟ ਲੈਗ ਦੀ ਜਿਹੜੀ ਸੀਗੀ ਗੋਡੇ ਤੋਂ ਥੱਲੇ, ਗਿੱਟੇ ਤੋਂ ਗੋਡੇ ਦੇ ਵਿਚਕਾਰ ਦੀ ਜਿਹੜੀ ਹੈਗੀ ਹੈ ਉਹ ਲੈਗ ਨੂੰ ਐਂਪੂਟੇਟ ਕਰ ਦਿੱਤਾ। ਤਾਂ ਤੱਕ ਮੇਰੀ ਵਾਈਫ ਆਪਰੇਸ਼ਨ 'ਤੇ ਜਾਣ ਤੋਂ ਪਹਿਲੇ ਬਿਲਕੁਲ ਠੀਕ ਸੀ। ਮੇਰੇ ਨਾਲ ਗੱਲ ਵੀ ਕੀਤੀ ਹੈ, ਬਾਤ ਕੀਤੀ ਹੈ, ਸਭ ਕੁਝ ਗੱਲਬਾਤ ਹੋਈ ਹੈਗੀ ਹੈ। ਬਟ कहते ਜਿਵੇਂ ਹੀ कहते ਆਪਰੇਸ਼ਨ ਤੋਂ ਬਾਅਦ कहते हैं ਜਦੋਂ ਉਹ ਬਾਹਰ ਆਈ ਹੈਗੀ ਹੈ, ਮੇਰੇ ਕਹਿਣ ਦਾ ਮਤਲਬ ਦੇਖੋ, ਨਿਗਲੈਂਸੀ ਦਾ ਮਤਲਬ ਜਾਂ ਲੈਕਿੰਗ ਦਾ ਮਤਲਬ ਇਹ ਹੈਗਾ, ਮੇਰੀ ਵਾਈਫ ਨੂੰ 12 ਜੂਨ 2023 ਤੋਂ ਉਹਦੇ ਗਲੇ ਦੇ ਵਿੱਚ, ਮੂੰਹ ਦੇ ਵਿੱਚ ਅਲਸਰ ਸੀਗਾ, ਉਹਨੇ ਖਾਣਾ ਪੀਣਾ ਛੱਡਿਆ ਹੋਇਆ ਸੀਗਾ। 12 ਜੂਨ 2023 ਤੋਂ ਲੈ ਕੇ 18 ਜੂਨ 2023 ਤੱਕ ਉਹਨੇ ਇੱਕ ਦਾਣਾ ਨਹੀਂ ਖਾ ਪਾ ਰਹੀ ਸੀ। ਉਹ ਮੈਂ ਜਦੋਂ ਵੀ ਆ ਕੇ ਉਹਨੂੰ ਖਵਾਉਂਦਾ ਸੀ, ਉਹ ਉਲਟੀ ਕਰ ਦਿੰਦੀ ਸੀਗੀ। ਇਹ ਕੀ ਕਰਦੇ ਸੀ, ਜਿਵੇਂ ਉਲਟੀ ਕਰਦੀ ਸੀ, ਐਮਸੈਟ ਨਾਮ ਦਾ ਇੱਕ ਇੰਜੈਕਸ਼ਨ ਹੁੰਦਾ ਜੋ ਉਲਟੀ ਨੂੰ ਰੋਕ ਦਿੰਦਾ ਹੈਗਾ, ਉਹ ਦੇਂਦੇ ਸੀਗੇ। ਮੈਂ ਇਹਨਾਂ ਨੂੰ ਕਹਿੰਦਾ ਸੀ ਤੁਸੀਂ ਐਮਸੈਟ ਨਾਮ ਦਾ ਇੰਜੈਕਸ਼ਨ ਜਿਹੜਾ ਉਹ ਲਗਾਉਂਦੇ ਪਏ ਹੈਗੇ, ਉਹ ਤਾਂ ਇੱਕ ਸਬਸਟੀਟਿਊਟ ਹੈਗਾ, ਫਿਲਹਾਲ ਥੋੜ੍ਹੀ ਦੇਰ ਲਈ ਉਹਨੂੰ ਰੋਕ ਦੇਗਾ। ਖਾਧਾ ਵਾ ਪੀਤਾ ਹਜਮ ਤਾਂ ਨਹੀਂ ਕਰਦਾ ਪਿਆ ਨਾ ਉਹਨੂੰ। ਜਦੋਂ ਇੰਜੈਕਸ਼ਨ ਦਾ ਅਸਰ ਖਤਮ ਹੋਏਗਾ ਉਹ ਫਿਰ ਬਾਹਰ ਆ ਜਾਂਦਾ ਸੀਗਾ ਖਾਣਾ ਪੀਣਾ। ਇਨ ਦਾ ਸੈਂਸ ਕਿ ਇਹਨਾਂ ਨੇ 12 ਜੂਨ ਤੋਂ ਲੈ ਕੇ 18 ਜੂਨ ਤੱਕ ਪੇਸ਼ੈਂਟ ਨੂੰ ਖਾਣ ਨਹੀਂ ਦਿੱਤਾ। ਨਰਸਾਂ ਕੋਲ ਟਾਈਮ ਹੁੰਦਾ ਨਹੀਂ ਕਿ ਉਹ ਪੇਸ਼ੈਂਟ ਨੂੰ ਖਵਾ ਪਾਉਣ, ਪੇਸ਼ੈਂਟ ਦੀ ਕੇਅਰ ਕਰ ਪਾਉਣ। ਖਾਵੇਗਾ ਤਾਂ ਠੀਕ ਹੈ। ਇਹਨਾਂ ਦੀ ਡਾਕਟਰ ਭਾਵਨਾ ਸੀਗੀ ਔਨ ਡਿਊਟੀ, ਮੈਂ ਚਲੋ किसी का नाम नहीं लेना चाहता है, ऑन ड्यूटी नहीं डॉक्टर थी जनरल वार्ड में। मैंने कहते हैं आप अपनी मिसिस को समझाओ। मैंने कहा क्यों समझाऊँ? कह रहे हैं आपकी मिसिस को समझाओ, आपकी मिसिस ना कुछ खाती पीती नहीं है।
हैं। मैंने कहा खाती पीती नहीं है तो मैडम मैं कहते फोर्टिस हॉस्पिटल में आया हूँ, सिविल हॉस्पिटल में नहीं आया, आपकी ड्यूटी बनती है अगर मैं कहीं बाहर हूँ तो आप उसको कम से कम खाने को दो। कहती वो डिनाई कर देती है, वो नहीं खाती, वो डिनाई करती है, रिफ्यूज़ करती है। इसका मतलब ये थोड़ी ना कि हम उसको 10 दिन तक खाने के लिए नहीं देंगे, 18 तक खाने के लिए नहीं दिया। फिर मैंने डॉक्टर को मैसेज किया कि सर इसको आरटी पाइप लगाओ, पहले नर्सिस को बोल के किया, उन नर्सिस ने कुछ नहीं किया। फिर डॉक्टर को मैसेज किया है कि सर आप आरटी पाइप लगाओ जिससे इनको लिक्विड फूड दो ताकि कुछ तो इनके शरीर के अंदर जाए। 19 तारीख को इन्होंने आरटी पाइप लगाई है। फिर उसके बाद इन्होंने फूड को देना शुरू किया है। 23 तारीख को इन्होंने ऑपरेशन प्लान किया, ऑपरेशन पोस्टपोन्ड हो गया। फिर 24 तारीख को ऑपरेशन प्लान किया जिसके अंदर जब तक 24 तारीख को जब तक इन्होंने 2:30-3 बजे तक ऑपरेशन करना था, उससे पहले भी मेरी वाइफ मेरे से अच्छे से बात कर रही थी। ऑपरेशन होने के बाद ही जैसे ही उन्होंने आईसीयू में शिफ्ट किया है, वो ब्रीदिंग नहीं ले पा रही थी, सांस नहीं ले पा रही थी। मैंने डॉक्टर को अवेयर किया, डॉक्टर सारे बिजी थे, कोई पेशेंट का हार्ट की प्रॉब्लम थी तो सीपीआर करने में बिजी थे। मैंने उनको अवेयर किया, मैंने कहा सर उसकी ऑक्सीजन में दिक्कत आ रही है, वो सांस नहीं ले पा रही, उसका बीपी भी लो जा रहा है बिल्कुल। फिर डॉक्टर फटाफट आए हैं, मैंने कंप्लेंट की है, एक इनकी डॉक्टर थी, मैंने उनको भी कंप्लेंट की। फिर तब जाके डॉक्टर आए, डॉक्टरों ने आकर चेक किया, कह रहे हाँ आपने सही टाइम पे बता दिया, हमने ऑक्सीजन देनी शुरू कर दिया, अब धीरे धीरे रिकवर हो जाएगी। उसके बाद उसने मेरी वाइफ ने 24 तारीख की रात से जब से ऑपरेशन हुआ है आईसीयू में गई है, उसके बाद उसने मेरे से बात नहीं की, ना आंखें खोलती थी ना बात करती थी। मेरे को यही कह रहे थे कि वो नशे में है, उसको नशे का इंजेक्शन दिया हुआ है, वो होश में नहीं है, मेंटली मतलब होश में नहीं है, ये है वो है। सडन इन्होंने बोल दिया 24 तारीख को या 25 तारीख को मेरे को कहते हैं इसको सेप्टिसीमिया हो गया। मैंने जब कहते हैं आपने ऑपरेशन कर रहे हो 24 तारीख को, ठीक है ना, और सेप्टिक वाली चीज़ को आप निकाल रहे हो तो फिर सेप्टिसीमिया का मतलब क्या बनता है? इन्फेक्शन वाली चीज़ आपने निकाल दी, टांग काट दी, फिर तो इन्फेक्शन का मतलब नहीं बनता ना। उसके बाद भी आप कह रहे हो कि सेप्टिसीमिया हो गया, जब आपको पता था सेप्टिक हो सकता तो थोड़ा और ऊपर जाके काट देते टांग को, ताकि सेप्टिक होता ना, लाइफ तो बच जाती है एक इंसान की। टांग काटना कोई बड़ी वो नहीं था। टांग चाहे जितनी मर्जी, मैंने इनको फर्स्ट डे बोला जितनी आपको टांग काटनी है काट दो, उसकी लाइफ बचा लो। लेकिन इन्होंने वहाँ कहीं लैकिंग हुई है हॉस्पिटल की, जिसकी वजह से जो है उसकी टांग तो कटी, उसकी लाइफ भी आज चली गई। इतने 40-45 दिन उसने इतना पेन झेला, सब कुछ किया, बट आफ्टर ऑल क्या हुआ, हॉस्पिटल की लैकिंग के कारण आज वो नहीं रही। मेरे को पता है देख रेख में थे, कौन डॉक्टर देख रहे थे उनको? इनका वैसे कहते हैं डॉक्टर जो है जो प्राइमरी डॉक्टर थे डॉक्टर महाजन थे, संजीव महाजन ऑर्थोपेडिक्स हैं। हमने मतलब उनसे ही ट्रीटमेंट शुरू कराया था। फिर जब आईसीयू में चले गए तो आईसीयू के डॉक्टर्स वगैरह हैं वो इनको देख रहे थे, मेडिसिन के डॉक्टर्स हैं वो इनको देख रहे थे, तो वो थे। सर प्रशासन से क्या मांग करोगे? प्रशासन से तो मैं देखो जस्टिस मांगूंगा कि मेरे को इंसाफ दें। ना मेरे बेटे का इंसाफ मुझे अभी तक मिला है, उसको कहते हैं कोई भी कुचल के चला गया है ट्रक वाला, ना उसका इंसाफ मिला। मेरी वाइफ को देखो एक तो कुचल दिया, फिर उसके बाद जो है हॉस्पिटल के अंदर इतने दिन उसने दर्द सहा, मतलब फिर भी मेरे को किसी की तरफ से कोई सपोर्ट नहीं आई है, कोई प्रशासन ने मेरी कोई हेल्प नहीं की, किसी ने कोई हेल्प नहीं की। हालांकि मेरे को लगता है, मैं आपको अपना बाइट दे रहा हूँ, मेरे को तब भी डाउट है हॉस्पिटल वाले मेरे ऊपर एक्शन करेंगे। मेरे को अपनी जान का भी खतरा है इसमें, ये भी आपको बताया था। मेरे को पता है मेरे से नाराज़ है, मेरे से गुस्सा है। मैंने इनके जो हेड हैं उनसे भी बात की थी तो सारे मेरे से नाराज़ हो गए थे इस मामले में कि आपने ऊपर तक बात ले गए हमारी, ये है वो है। तो मैंने कहा मेरा पेशेंट परेशान है, मैं तो कुछ एक्शन लूँगा ना, मेरे को तो उसकी लाइफ चाहिए, बट मेरे को पता है कोई ना कोई एक्शन मेरे ऊपर ज़रूर लेंगे। मेरे को अपनी जान का भी खतरा है साथ इसके साथ। ठीक है। ਅੱਜ ਅਨਫੋਰਚੂਨੇਟਲੀ ਪੇਸ਼ੈਂਟ ਸਾਡੇ ਕੋਲ ਐਕਸਪਾਇਰ ਹੋ ਗਏ 3:23 ਤੇ, ਬਟ ਸਾਡੇ ਕੋਲ ਕਾਫੀ ਲੰਬਾ ਟਾਈਮ ਰਿਹਾ ਹੈ ਪੇਸ਼ੈਂਟ ਦਾ, ਜਿੱਥੇ ਅਸੀਂ ਟਰਾਈ ਕੀਤਾ ਕਿ ਅਸੀਂ ਜਾਨ ਵੀ ਬਚਾਈਏ ਅਤੇ ਨਾਲੇ ਲਿੰਬਸ ਵੀ ਉਹਨਾਂ ਦੀ ਸੈਲਵੇਜ ਕਰਕੇ ਵੀ ਟਰਾਈਡ ਆਰ ਬੈਸਟ ਕਿ ਉਹਨਾਂ ਨੂੰ ਮਤਲਬ ਜੋ ਵੀ ਪੋਸੀਬਲ ਸੀਗਾ ਟਰੀਟਮੈਂਟ ਉਹਨਾਂ ਵਾਸਤੇ ਕਰ ਸਕੇ। ਐਕਸੀਡੈਂਟ ਤੋਂ ਬਾਅਦ ਉਹਨਾਂ ਨੂੰ ਕਿਸ ਤਰ੍ਹਾਂ ਦੀ ਦਿੱਕਤ ਆਈ ਸੀ ਜਿਹਦਾ ਟ੍ਰੀਟ ਹੋਇਆ? ਜਦ ਐਕਸੀਡੈਂਟ ਹੋਇਆ ਸੀ ਤੇ ਪੇਸ਼ੈਂਟ ਦੀ ਕੰਡੀਸ਼ਨ ਤਾਂ ਬਹੁਤ ਹੀ ਬੁਰੀ ਸੀ। ਦੇਖੋ ਟਰੱਕ ਦੇ ਥੱਲੇ ਅਗਰ ਲੱਤਾਂ ਕੁਚਲੀਆਂ ਜਾਣ ਤੇ ਉਸ ਹਾਲਤ 'ਚ ਸਾਡੇ ਕੋਲ ਆਏ ਸੀਗੇ ਸਾਰੇ, ਬੁਰਾ ਜਿਹਨੂੰ ਕਹਿੰਦੇ ਨਾ 3rd ਡਿਗਰੀ ਦੇ ਫ੍ਰੈਕਚਰ, ਅਤੇ ਪੂਰੀ ਸਕਿਨ ਉੱਪਰੋਂ ਨਿਕਲੀ ਹੋਈ, ਅਤੇ ਇਸ ਹਾਲਤ 'ਚ ਆਏ ਸੀ ਕਿ ਹੋਪ ਨਹੀਂ ਸੀਗਾ ਕਿ ਵੀ ਕੁਡ ਡੂ ਸਮਥਿੰਗ ਫॉर ਹਰ, ਪਰ ਫਿਰ ਵੀ ਅਸੀਂ ਟਰਾਈ ਕੀਤਾ, ਪੇਸ਼ੈਂਟ ਨੂੰ ਰਿਸੈਸੀਟੇਟ ਕੀਤਾ। ਅਗਲੇ ਦਿਨ ਹੀ ਪਹਿਲੇ ਥੋੜ੍ਹੀ ਇੱਕ ਲਿੰਬ ਬਚਾਉਣ ਦੀ, ਰਾਈਟ ਲਿੰਬ ਬਚਾਉਣ ਦੀ ਕੋਸ਼ਿਸ਼ ਕੀਤੀ, ਸਰਜਰੀ ਕੀਤੀ। ਉਹਦੇ ਬਾਅਦ ਫਿਰ ਜਿਹੜਾ ਕਿਉਂਕਿ ਡਾਇਬਟਿਕ ਸੀਗੀ, ਉਹ ਪ੍ਰੋਬਲਮ ਵੀ ਸੀ ਕਿ ਸ਼ੂਗਰਸ ਨੂੰ ਵੀ ਕੰਟਰੋਲ ਕਰਨਾ ਹੈ, ਇਨਫੈਕਸ਼ਨ ਵੀ, ਕਿਉਂਕਿ ਜਿਹੜਾ ਲਿੰਬ ਸੀ ਉਹਨਾਂ ਦੀ ਨੈਕਰੋਸਿਸ, ਉਹ ਤੁਹਾਨੂੰ ਪਤਾ ਜਦ ਫ੍ਰੈਕਚਰਸ ਹੋ ਜਾਂਦੇ ਹੈ, ਜਿਹੜਾ ਲਿੰਬ ਕੁਚਲਾ ਗਿਆ ਸੀ ਉਹਦੇ 'ਚ ਨਾ ਵੈਸਕੁਲੈਰਿਟੀ ਨਹੀਂ ਰਹਿੰਦੀ, ਮਤਲਬ ਕਿ ਬਲੱਡ ਸਪਲਾਈ ਰੁਕ ਜਾਂਦੀ ਹੈ, ਅਤੇ ਜੇ ਕਿਸੇ ਵੀ ਪਾਰਟ ਨੂੰ ਬਲੱਡ ਸਪਲਾਈ ਨਹੀਂ ਮਿਲਦੀ ਹੈ ਤਾਂ ਉਹ ਜਿਹੜਾ ਪਾਰਟ ਹੈ ਉਹ ਆਹਿਸਤਾ ਆਹਿਸਤਾ ਡੈਡ ਹੋਣਾ ਸ਼ੁਰੂ ਹੋ ਜਾਂਦਾ। ਤਾਂ ਇਹਨਾਂ ਦੇ ਕੇਸ 'ਚ ਵੀ ਉਹੀ ਹੋ ਰਿਹਾ ਸੀ। ਅਤੇ ਜਦ ਸਾਨੂੰ ਫਸਟ ਕੰਸੈਂਟ ਇਹਨਾਂ ਨੇ ਦਿੱਤੀ ਕਿ ਹਾਂ ਬਈ ਤੁਸੀਂ ਐਂਪੂਟੇਸ਼ਨ ਕਰ ਸਕਦੇ ਹੋ, ਕਿਉਂਕਿ ਨਹੀਂ ਕਰਦੇ ਤਾਂ ਬਚਣਾ ਉਸ ਦਿਨ ਹੀ ਮੁਸ਼ਕਿਲ ਹੋ ਜਾਣਾ ਸੀ।
ਬਿਕੋਜ਼ ਸੈਪਸਿਸ ਤੇ ਬੋਡੀ 'ਚ ਸੀਗਾ, ਨਾਲੇ ਡਾਇਬਟਿਕ ਸੀ, ਕਿਡਨੀ ਡੀਰੇਂਜ ਸੀ। ਤੇ ਉਹਨਾਂ ਵਿੱਚ ਅਸੀਂ ਵੀ ਹੈਵ ਟਰਾਈਡ ਕਿ ਹਾਊ ਵੀ ਕੁਡ ਆਪਰੇਟ ਹਰ ਐਂਡ ਰਿਸੈਸੀਟੇਟ ਹਰ, ਮੇਨਟੇਨ ਹਰ, ਸੈਪਸਿਸ ਕੰਟਰੋਲ ਕਰੀਏ, ਕਿਉਂਕਿ ਕਾਊਂਟਸ ਤੇ ਪਹਿਲੇ ਦਿਨ ਤੋਂ ਹੀ ਕਾਫੀ ਹਾਈ ਸੀਗੇ, ਕਾਫੀ ਸੈਪਸਿਸ ਸੀਗੀ ਬੋਡੀ 'ਚ। ਤੇ ਆਪਰੇਟ ਤੋਂ ਬਾਅਦ ਉਹਨਾਂ ਦੀ ਜਿਹੜੀ ਪੋਜੀਸ਼ਨ ਹੈਗੀ ਹੈ ਉਹ ਕਿਤੇ ਨਾ ਕਿਤੇ ਸੁਧਾਰ ਹੋ ਗਿਆ ਸੀ। ਦੇਖੋ ਸੁਧਾਰ ਤੇ ਅਸੀਂ ਪੂਰੀ ਤਰ੍ਹਾਂ ਸੁਧਾਰ ਤੇ ਕਹਿ ਨਹੀਂ ਸਕਦੇ, ਕਿਉਂਕਿ ਜਿਹੜੀ ਇੰਜਰੀ ਸੀਗੀ ਉਹ ਤੇ ਕਾਫੀ ਖਰਾਬ ਸੀਗੀ। ਤੇ ਬਸ ਯੂੰ ਸੀਗਾ ਕਿ ਕਿਸ ਤਰ੍ਹਾਂ ਵੀ ਟਰਾਈ ਟੂ ਸਾਲਵੇਜ ਦ ਲਿੰਬ ਐਂਡ ਟਰਾਈ ਟੂ ਸੇਵ ਹਰ, ਬਟ ਕੋਮੋਰਬਿਡਿਟੀਜ਼ ਜਿਹੜੀ ਨਾਲ ਚੱਲ ਰਹੀਆਂ ਸੀਗੀਆਂ, ਡਾਇਬਟੀਜ਼ ਤੇ ਕਿਡਨੀ ਪ੍ਰੋਬਲਮਸ ਦੇ ਨਾਲ, ਤਾਂ ਉਹਦੇ ਨਾਲ ਥੋੜ੍ਹਾ ਜਿਹਾ ਕੰਪਲਿਕੇਟ ਹੀ ਸੀਗਾ ਪ੍ਰੋਬਲਮ। ਇੱਕ ਇਹਨਾਂ ਦੇ ਪਤੀ ਦਾ ਇਹ ਆਰੋਪ ਹੈਗਾ ਕਿ ਕਹਿੰਦੇ 20 ਜੂਨ ਨੂੰ ਇਹਨਾਂ ਨੂੰ ਡਿਸਚਾਰਜ ਵੀ ਕੀਤਾ ਗਿਆ ਸੀਗਾ ਪੇਸ਼ੈਂਟ ਨੂੰ, ਉਸ ਤੋਂ ਬਾਅਦ ਰੀਐਡਮਿਟ ਕੀਤਾ ਗਿਆ। ਇਹਦੇ ਬਾਰੇ ਕੀ ਤੁਸੀਂ ਕਹੋ? ਦੇਖੋ ਜੀ, ਇਹਨਾਂ ਦੀ ਕੋਈ ਪਾਲਿਸੀ ਮੈਡੀਕਲ ਚੱਲ ਰਹੀ ਸੀ ਜਿਹਦੇ ਦੇ ਅੰਡਰ ਇਹਨਾਂ ਨੇ ਐਡਮਿਟ ਕਰਾਇਆ ਸੀ, ਤੇ ਉਹ ਪਾਲਿਸੀ ਇਹਨਾਂ ਦੀ ਖਤਮ ਹੋ ਗਈ ਸੀ, ਐਕਸਪਾਇਰ ਹੋ ਗਈ ਸੀ। ਤਾਂ ਇਹਨਾਂ ਨੇ ਸਾਨੂੰ ਰਿਕੁਐਸਟ ਕੀਤੀ ਕਿ ਤੁਸੀਂ ਡਿਸਚਾਰਜ ਕਰਕੇ ਦੂਜੀ ਪਾਲਿਸੀ ਦੇ ਅੰਡਰ ਇਹਨਾਂ ਨੂੰ ਰੀਐਡਮਿਟ ਕਰ ਲਓ, ਤੇ ਸੇਮ ਡੇ ਰੀਐਡਮਿਸ਼ਨ ਦੂਜੀ ਪਾਲਿਸੀ 'ਚ ਕਰਾਈ ਸੀ। ਤੇ ਇੱਕ ਆਰੋਪ ਵੀ ਲਗਾ ਰਿਹਾ ਕਿ ਪਿਛਲੇ ਮਤਲਬ ਕਿ 20 ਜੂਨ ਤੋਂ ਬਾਅਦ 24 ਜੂਨ ਤੋਂ ਤੇ ਪੇਸ਼ੈਂਟ ਕੁਝ ਖਾ ਪੀ ਨਹੀਂ ਰਿਹਾ ਸੀਗਾ, ਤੇ ਇਸ ਬਾਰੇ ਡਾਕਟਰਸ ਨੂੰ ਇਨਫੋਰਮ ਵੀ ਕੀਤਾ ਗਿਆ, ਲੇਕਿਨ ਡਾਕਟਰ ਨੇ ਕੁਝ ਸੁਣਿਆ ਨਹੀਂ। ਦੇਖੋ ਜੀ, 24 ਜੂਨ ਤੋਂ ਬਾਅਦ ਤਾਂ ਪੇਸ਼ੈਂਟ ਦੀ ਕੰਡੀਸ਼ਨ ਥੋੜ੍ਹੀ ਜਿਹੀ ਸਿਕ ਸੀਗੀ, ਜੀ। ਪੇਸ਼ੈਂਟ ਡਿਟੀਰੀਓਰੇਟ ਹੋ ਰਹੀ ਸੀਗੀ, ਸੈਪਸਿਸ ਵੱਧ ਰਿਹਾ ਸੀ, ਪੇਸ਼ੈਂਟ ਨੂੰ ਆਈਸੀਯੂ ਸ਼ਿਫਟ ਕਰਨਾ ਪਿਆ ਸਾਨੂੰ ਪੋਸਟ ਸਰਜਰੀ। ਦੇਖੋ ਆਕਸੀਜਨ ਲੈਵਲਸ ਸੈਚੂਰੇਸ਼ਨ ਮੇਨਟੇਨ ਨਹੀਂ ਕਰ ਰਹੀ ਸੀ, ਹਾਈ ਸੈਪਸਿਸ ਦੇ ਵਿੱਚ ਪੇਸ਼ੈਂਟ ਜਦ ਕੌਨਸ਼ੀਅਸ ਨਹੀਂ ਪ੍ਰੋਪਰਲੀ, ਉਹ ਤਾਂ ਕਿੱਦਾਂ ਖਾਏਗਾ। ਪਰ ਇਹਨਾਂ ਦੇ ਹਸਬੈਂਡ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਦੂਸਰਾ ਆਪਰੇਟ ਜਦੋਂ ਹੋਇਆ ਹੈ ਉਸ ਤੋਂ ਪਹਿਲਾਂ ਇਹਨਾਂ ਨੇ ਕਿਡਨੀ ਜਾਂ ਫਿਰ ਉਹ ਜਿਵੇਂ ਬੋਲ ਵੀ ਰਹੇ ਸੀਗੇ, ਕਿਡਨੀਆਂ ਵੀ ਸਹੀ ਸੀਗੀਆਂ ਤੇ ਖਾ ਪੀ ਵੀ ਰਹੇ ਸੀਗੇ, ਤੇ ਇੱਕਦਮ ਇਹ ਕਿਵੇਂ ਇੰਨੀ ਦੇਖੋ ਇਨਫੈਕਸ਼ਨ ਇਹ ਨਹੀਂ ਹੋ ਸਕਦਾ ਨਾ, ਬਿਕੋਜ਼ ਸੈਪਸਿਸ ਜਿਹੜਾ ਹੈ ਉਹ ਰੋਡ ਸਾਈਡ ਤੇ ਐਕਸੀਡੈਂਟ ਹੈ, ਉਹ ਕਹਿ ਹੀ ਨਹੀਂ ਸਕਦੇ ਕਿ ਸਾਰਾ ਕੁਝ ਠੀਕ ਸੀ, ਕਿਉਂਕਿ ਮੈਡੀਕਲੀ ਉਹਨਾਂ ਨੂੰ ਨਹੀਂ ਪਤਾ। ਜੀ। ਅਸੀਂ ਉਹਨਾਂ ਨੂੰ ਰਿਪੀਟਡਲੀ ਕੰਡੀਸ਼ਨ ਦੱਸ ਰਹੇ ਸੀ ਕਿ ਪੇਸ਼ੈਂਟ ਦੀ ਕੀ ਹੈ, ਸਾਰਾ ਕੁਝ ਗਾਰਡਡ ਸੀ, ਪ੍ਰੋਗਨੋਸਿਸ ਵਗੈਰਾ ਵੀ ਐਕਸਪਲੇਨ ਸੀ। ਤਾਂ ਜੋ ਅਸੀਂ ਕੀਤਾ ਹੈ ਨਾਲ ਦੱਸ ਕੇ ਕੀਤਾ ਹੈ, ਸਾਰਾ ਕੁਝ ਐਕਸਪਲੇਨ ਕਰਕੇ ਕੀਤਾ ਹੈ। ਡਾਇਬਟੀਜ਼ ਵਿਦ ਸੱਚ ਸੈਪਸਿਸ ਜਿਹੜਾ ਰੋਡ ਸਾਈਡ ਐਕਸੀਡੈਂਟ ਲੈ ਕੇ ਆਇਆ, ਬਿਲਕੁਲ ਕੁਚਲੇ ਹੋਏ ਲਿੰਬਸ ਲੈ ਕੇ ਆਇਆ, ਉਹਨੂੰ ਸਾਲਵੇਜ ਕਰਨਾ, ਉਹਨੂੰ ਟਰਾਈ ਟੂ ਰਿਸੈਸੀਟੇਟ ਕਰਕੇ ਉਹਨਾਂ ਨੂੰ ਆਪਰੇਟ ਕਰਨਾ, ਬਚਾਉਣ ਦੀ ਕੋਸ਼ਿਸ਼ ਕਰਨਾ, ਇਹ ਬਹੁਤ ਮੁਸ਼ਕਿਲ ਕੰਮ ਸੀਗਾ। ਤੇ ਕਿਤੇ ਨਾ ਕਿਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਡਾਕਟਰਸ ਦੇ ਆਰੋਪ ਲਗਾ ਰਹੇ ਨੇ ਕਿ ਕਿਤੇ ਪੈਸੇ ਬਣਾਉਣ ਦੇ ਕਾਰਨ ਇਸ ਚੀਜ਼ ਨੂੰ ਇੰਨਾ ਲੰਬਾ ਹੀ ਲੈ ਕੇ ਗਏ ਨੇ। ਦੇਖੋ ਇਹਨਾਂ ਨੂੰ ਕਹਿ ਦਿੱਤਾ ਸੀ, ਅਗਰ ਕਿਤੇ ਵੀ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਸੈਟਿਸਫੈਕਸ਼ਨ ਨਹੀਂ ਹੈ, ਯੂ ਕੈਨ ਟੇਕ ਦ ਪੇਸ਼ੈਂਟ ਐਨੀਵੇਅਰ ਯੂ ਵਾਂਟ, ਤੇ ਵੀ ਡੋਂਟ ਵਾਂਟ ਟੂ ਮੇਕ ਮਨੀ ਹੇਅਰ। ਸਾਡਾ ਉਹ ਬਿਲਕੁਲ ਵੀ ਇਰਾਦਾ ਨਹੀਂ ਹੈ। ਅਗਰ ਤੁਹਾਨੂੰ ਕਿਤੇ ਔਰ ਲੱਗਦਾ ਹੈ ਕਿ ਕਿਤੇ ਔਰ ਤੁਹਾਨੂੰ ਅੱਛੀ ਟ੍ਰੀਟਮੈਂਟ ਮਿਲ ਸਕਦੀ ਹੈ, ਤੁਸੀਂ ਲੈ ਸਕਦੇ ਹੋ। ਇਹ ਤੁਹਾਡੇ ਵੱਲੋਂ ਕਹਿ ਦਿੱਤਾ ਗਿਆ ਸੀ ਇਹ ਨਾ, ਹਾਂ, ਇਹ ਅਸੀਂ ਕਹਿ ਦਿੱਤਾ ਹੋਇਆ ਸੀ ਤੁਹਾਨੂੰ। ਅੱਜ ਇਹ ਇਹਨਾਂ ਦੇ ਹਸਬੈਂਡ ਨੂੰ ਕਦੋਂ ਇਨਫੋਰਮ ਕੀਤਾ ਗਿਆ ਵੀ ਪੇਸ਼ੈਂਟ ਦੀ ਪੇਸ਼ੈਂਟ ਦਾ ਹਸਬੈਂਡ ਥਰੂ ਆਊਟ ਇਨਫੋਰਮਡ ਹੈ ਜੀ। ਥਰੂ ਆਊਟ ਉਹਨਾਂ ਨੂੰ ਇਹਨਾਂ ਦੀ ਕੰਡੀਸ਼ਨ ਜਿਹੜੀ ਹੈ, ਈਵਨ ਮੋਨਿਕਾ ਦੇ ਪੈਰੈਂਟਸ ਵੀ ਨਾਲ ਆਉਂਦੇ ਰਹੇ ਨੇ, ਤਾਂ ਉਹਨਾਂ ਨੂੰ ਰਿਪੀਟਡਲੀ ਜਿਹੜੀ ਕੰਡੀਸ਼ਨ ਹੈ, ਈਵਨ ਡਾਕਟਰ ਮਹਾਜਨ ਵੀ ਅਦਰ ਕੰਸਲਟੈਂਟਸ, ਤਾਂ ਜੋ ਨੈਫਰੋ ਕੰਸਲਟੈਂਟ ਹੈ ਉਹਨਾਂ ਵੱਲੋਂ ਵੀ ਇਹਨਾਂ ਨੂੰ ਦੱਸਦੇ ਹੈ ਕਿ ਸਾਰੀ ਕੰਡੀਸ਼ਨ ਇਹਨਾਂ ਨੂੰ ਐਕਸਪਲੇਨ ਹੁੰਦੀ ਰਹੀ ਹੈ ਰਿਪੀਟਡਲੀ, ਹਰ ਦਿਨ 2-2 3-3 ਵਾਰੀ ਤੇ ਦੱਸਦੇ ਰਹਿੰਦੇ। ਇਹਨਾਂ ਨੂੰ ਕੰਡੀਸ਼ਨ ਦਾ ਸਾਰਾ ਕੁਝ ਪਤਾ ਸੀ, ਈਵਨ ਕਿ 3-4 ਦਿਨ ਪਹਿਲੇ ਜਦੋਂ ਇਹਨਾਂ ਦੀ ਡਿਟੇਲਡ 1-2 ਘੰਟੇ ਦੀ ਵੀ ਹੋਈ ਹੈ ਕਾਉਂਸਲਿੰਗ, ਉਹਦੇ 'ਚ ਵੀ ਇਹਨਾਂ ਨੇ ਕਿਹਾ ਸੀ ਕਿ 50% ਚਾਂਸ ਹੈ, ਅਸੀਂ ਟਰਾਈ ਕਰ ਰਹੇ ਹਾਂ, ਬਟ ਜਿੱਦਾਂ ਦੀ ਕੰਡੀਸ਼ਨ ਹੈ ਅਸੀਂ ਹੋਪਫੁਲ ਜ਼ਿਆਦਾ ਨਹੀਂ ਹੋ ਸਕਦੇ। ਅਸੀਂ ਐਜ 'ਤੇ ਖੜੇ ਹਾਂ, ਜਾਂ ਅਸੀਂ ਇੱਥੇ ਵੀ ਜਾ ਸਕਦੇ ਹਾਂ, ਇੱਥੇ ਵੀ, ਲੇਕਿਨ ਥੋੜਾ ਜਿਹਾ ਮੁਸ਼ਕਿਲ ਹੈ। ਅੱਜ ਪੇਸ਼ੈਂਟ ਦੀ ਡੈਥ ਕਿੰਨੇ ਵਜੇ ਹੋਈ? 3:23 ਦੇ ਦੁਪਹਿਰੇ ਹੋਈ ਹੈ ਪੇਸ਼ੈਂਟ ਦੀ ਡੈਥ। ਜੀ, ਥੈਂਕ ਯੂ।